ਨਵਜੋਤ ਸਿੰਘ ਸਿੱਧੂ ਨੇ ਪੈਸਿਆਂ ਦੇ ਖਾਤਰ ਆਪਣੇ ਪਰਿਵਾਰ ਨੂੰ ਬਰਬਾਦ ਕਰ ਦਿੱਤਾ। ਇਹਨਾਂ ਗੱਲਾਂ ਦਾ ਪ੍ਰਗਟਾਵਾ ਅੱਜ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਨਵਜੋਤ ਸਿੰਘ ਸਿੱਧੂ ਦੀ ਭੈਣ ਸੁਮਨ ਤੂਰ ਨੇ ਕਰਦਿਆਂ ਕਿਹਾ ਹੈ ਕਿ ਨਵਜੋਤ ਸਿੱਧੂ ਨੇ ਪੈਸਿਆਂ ਖਾਤਰ ਆਪਣੀ ਮਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ ਅਤੇ ਉਹਨਾਂ ਦੀ ਮੌਤ ਲਾਵਾਰਿਸ ਹਾਲਤ ਦੇ ਵਿੱਚ ਰੇਲਵੇ ਸਟੇਸ਼ਨ ਤੇ ਹੋਈ ਸੀ। ਸੁਮਨ ਤੂਰ ਨੇ ਦੱਸਿਆ ਕਿ ਉਹ ਅਮਰੀਕਾ ਵਿੱਚ ਰਹਿੰਦੇ ਹਨ ਅਤੇ 20 ਜਨਵਰੀ ਨੂੰ ਉਹ ਆਪਣੇ ਛੋਟੇ ਭਰਾ ਨਵਜੋਤ ਸਿੱਧੂ ਨੂੰ ਮਿਲਣ ਲਈ ਉਹਨਾਂ ਦੇ ਘਰ ਗਏ ਸਨ, ਜਿੱਥੇ ਸਿੱਧੂ ਨੇ ਉਹਨਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਅਤੇ ਘਰ ਦਾ ਦਰਵਾਜ਼ਾ ਵੀ ਨਹੀਂ ਖੋਲ੍ਹਿਆ। ਉਹਨਾਂ ਨੇ ਸਿੱਧੂ ਤੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਨਵਜੋਤ ਸਿੱਧੂ ਨੇ ਆਪਣੇ ਪਿਤਾ ਦੇ ਘਰ ਤੇ ਕਬਜ਼ਾ ਕਰ ਲਿਆ ਸੀ, ਜਿਸ ਦਾ ਕੇਸ ਉਹਨਾਂ ਦੀ ਮਾਂ ਨੇ ਸਿੱਧੂ ਤੇ ਕੀਤਾ ਹੋਇਆ ਸੀ, ਜਿਸ ਤੋਂ ਬਾਅਦ ਮਾਤਾ ਪਿਤਾ ਨੂੰ ਸ਼ਹਿਰੀ ਨੇ ਘਰੋਂ ਬਾਹਰ ਕੱਢ ਦਿੱਤਾ ਸੀ। ਸੁਮਨ ਨੇ ਦੱਸਿਆ ਕਿ ਨਵਜੋਤ ਸਿੱਧੂ ਨੇ ਇੱਕ ਅਖਬਾਰ ਵਿੱਚ ਇਸ ਬਿਆਨ ਦਿੱਤਾ ਸੀ ਕਿ ਮੈਂ ਛੋਟੇ ਹੁੰਦੇ ਹੀ ਪਰਿਵਾਰ ਤੋਂ ਵੱਖ ਹੋ ਗਿਆ ਸੀ, ਪਰ ਅਸਲ ਵਿੱਚ ਅਸਲੀਅਤ ਇਹ ਹੈ ਕਿ ਨਵਜੋਤ ਸਿੱਧੂ ਨੇ ਪੈਸਿਆਂ ਦੀ ਖਾਤਰ ਆਪਣੀ ਮਾਂ ਅਤੇ ਭੈਣਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ। ਉਹਨਾਂ ਨੇ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਕਰਨ ਕਿ ਉਹ ਪਰਿਵਾਰ ਨਾਲੋਂ ਵੱਖ ਕਿਉਂ ਹੋਏ ਸਨ, ਇਸ ਲਈ ਸੱਚਾਈ ਵੀ ਸਾਹਮਣੇ ਲਿਆਂਦੀ ਜਾਵੇ। ਉਹ ਹਸਪਤਾਲ ਪਈ ਰਹੀ 4 ਮਹੀਨੇ ਵੀ ਇਹ ਬਚ ਜੇ। ਇਹਨੇ ਉਹਨੂੰ ਕੀ ਦਿੱਤਾ? ਨਮੋਸ਼ੀ, ਬੇਇੱਜ਼ਤੀ ਤੇ ਅਲਟੀਮੇਟਲੀ ਉਹਦੀ ਮੌਤ। ਇਹ ਉਹਦੇ ਪੁੱਤ ਨੇ ਉਹਨੂੰ ਦਿੱਤਾ ਜਿਹਨੂੰ ਅਸੀਂ ਰੱਬ ਤੋਂ ਦੁਆ ਮੰਗ ਕੇ ਲਿਖਿਆ ਸੀ। ਉਹਨਾਂ ਭੈਣਾਂ ਨੇ, ਮਾਂ ਨੇ, ਪਿਓ ਨੇ, ਸਾਡੇ ਇੱਕ ਭਰਾ ਦੇ ਅਸੀਂ ਰੱਖੜੀ ਬੰਨ ਸਕੀਏ, ਸਾਡੇ ਇੱਕ ਪੁੱਤ ਦੇ ਇਹ ਉਸ ਪੁੱਤ ਨੇ ਉਹਨੂੰ ਦਿੱਤਾ ਤੇ ਸਾਨੂੰ ਦਿੱਤਾ। ਕਦੀ ਇਸ ਤੋਂ ਪੈਸਾ ਤਾਂ ਨਹੀਂ ਕਿਸੇ ਨੇ ਮੰਗਿਆ। ਨੂੰ ਪੁੱਛੋ। ਉਹ ਮੇਰੀ ਭਾਂਜੀ ਨੇ ਜਦ ਮੈਨੂੰ ਕਿਹਾ, ਮੈਂ ਫਿਰ ਇਹ ਆਰਟੀਕਲ ਲੱਭਣਾ ਸ਼ੁਰੂ ਕੀਤਾ ਕਿ ਮੈਨੂੰ ਕਿਤੋਂ ਮਿਲੇ, ਕਿਉਂਕਿ ਮੈਂ ਪ੍ਰੂਫ ਲਿਆਣਾ ਚਾਹੁੰਦੀ ਸੀ ਤੁਹਾਡੇ ਸਾਹਮਣੇ। ਮੈਂ ਸ਼ਹਿਰੀ ਨਹੀਂ ਹਾਂ ਜਿਹੜਾ ਜੋ ਮੂੰਹ ਚਾਹੇ ਬੋਲੀ ਜਾਵਾਂ। ਮੈਂ ਉਹ ਨਹੀਂ, ਮੈਂ ਹਰ ਚੀਜ਼ ਦਾ ਸਬੂਤ ਹੈ ਮੇਰੇ ਕੋਲ। ਜੋ ਕੁਝ ਮੈਂ ਕਿਹਾ ਮੈਂ ਉਹੀ ਨਹੀਂ ਬੋਲਦਾ। ਉਹ ਮੈਨੂੰ ਆਰਟੀਕਲ ਬਹੁਤ ਦੇਰ ਬਾਅਦ ਜਾ ਕੇ ਲੱਭਾ, ਉਹਦੀ ਕਾਪੀ ਹੈ, ਉਹ ਵੀ ਤੁਹਾਨੂੰ ਸਭ ਨੂੰ ਮਿਲ ਜਾਏਗੀ ਜੋ ਇਹਨੇ ਕਿਹਾ। ਜਦੋਂ ਆਰਟੀਕਲ ਮੇਰੇ ਕੋਲ ਆਇਆ, ਮੈਂ ਫਿਰ ਇਹਨੂੰ WhatsApp ਤੇ ਮੈਸੇਜ ਭੇਜਿਆ, ਸੋਚਿਆ ਤੂੰ ਕੀ ਕਰ। ਸੋ ਮੇਰੇ ਕੋਲ ਫਿਰ ਮੈਂ ਜਦੋਂ ਮਿਲਣ ਗਈ ਹਾਂ 20 ਜਨਵਰੀ ਨੇ ਦਰਵਾਜ਼ੇ ਨਹੀਂ ਖੋਲੇ। ਹੁਣ ਮੈਨੂੰ ਨਹੀਂ ਸਮਝ ਆਉਂਦੀ ਮੇਰੇ ਕੋਲ ਹੋਰ ਕੀ ਰਸਤਾ ਵੀ ਮੈਂ ਆਪਣੀ ਮਾਂ ਦੇ ਲਈ ਉਹਦੇ ਨਾਮ ਤੇ ਜਿਹੜੇ ਇਹਨੇ ਧੱਬਾ ਲਾਇਆ, ਮੈਂ ਉਹ ਕਿੱਦਾਂ ਕਲੀਅਰ ਕਰਾਂ। ਮੇਰੇ ਕੋਲ ਇੱਕ ਸਿਰਫ ਪ੍ਰੈਸ ਤੁਸੀਂ ਲੋਕ ਹੋ ਜਿਹੜੀ ਮੇਰੀ ਮਦਦ ਕਰ ਸਕਦੇ ਹੋ। ਇਹਦੇ ਤੋਂ ਆਨਸਰ ਲੈਣ, ਮੈਨੂੰ ਪ੍ਰੂਫ ਦੇਵੇ ਜਿਹੜਾ ਇਹਨੇ ਕਿਹਾ, ਇੱਕ ਚੀਜ਼ ਦਾ ਤੁਹਾਨੂੰ ਪ੍ਰੂਫ ਦੇਵੇ ਜੋ ਇਹਨੇ ਕਿਹਾ। ਜਦੋਂ ਵੀ ਇਹ ਤੁਹਾਡੇ ਸਾਹਮਣੇ ਆਉਂਦਾ ਹੈ ਤੇ ਦੇਖਦੀ ਹੁੰਦੀ ਹੈ ਨੈਟ ਤੇ ਕਈ ਵਾਰੀ ਕਾਨਫਰੰਸ, ਇਹਦੇ ਨਾਲ 10 ਕੁ ਬੰਦੇ ਬੈਠੇ ਹੁੰਦੇ ਆ, ਤੁਹਾਨੂੰ ਸਭ ਨੂੰ ਪਤਾ ਢੇਰ ਲੱਗਿਆ ਹੁੰਦਾ ਕਾਗਜ਼ਾਂ ਦਾ। ਆਹ ਦੇਖੋ ਜੀ ਪ੍ਰੂਫ ਲਾਣੇ ਲਈ, ਆਹ ਦੇਖੋ ਜੀ ਮੈਂ ਤੁਹਾਨੂੰ ਪ੍ਰੂਫ ਦੇ ਨਾਂ ਦੇਖੋ, ਇੰਨੇ ਸਾਲ ਪੁਰਾਣਾ ਪ੍ਰੂਫ ਤੁਹਾਨੂੰ ਦਿੰਦਾ ਸਾਰਿਆਂ ਨੂੰ। ਹੁਣ ਤੁਸੀਂ ਪ੍ਰੂਫ ਮੰਗੋ ਉਸ ਤੋਂ ਜਿਹੜਾ ਤੁਹਾਨੂੰ ਦਿੰਦਾ। ਹਮੇਸ਼ਾ ਪ੍ਰੂਫ ਲਿਆਓ, ਪ੍ਰੂਫ ਦਿਓ। ਜੇ ਮੈਨੂੰ ਦਵਾ ਸਕਦੇ ਹੋ ਮੇਰੀ ਮਾਂ ਦੇ ਲਈ ਨਿਆਏ, ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਸਭ ਨੂੰ, ਤੁਸੀਂ ਪ੍ਰੈਸ ਹੋ, ਤੁਸੀਂ ਇਹਨੂੰ ਬਣਾਇਆ ਇਹਦਾ ਪਰਸੋਨਾ, ਕਿਉਂਕਿ ਤੁਹਾਨੂੰ ਪਤਾ ਨਹੀਂ ਸੀ ਇਹ ਕੀ ਹੈ। ਮੈਂ ਤੁਹਾਨੂੰ ਦੋਸ਼ ਨਹੀਂ ਦੇ ਰਹੀ, ਤੁਸੀਂ ਇਹਦਾ ਹਰ ਅਕਸ਼ਰ ਜਿਹੜਾ ਨੇ ਕਿਹਾ ਤੁਸੀਂ ਉਹਨੂੰ ਬਾਈ ਕੀਤਾ ਵੀ ਇਹ ਸਹੀ ਹੈ, ਕਿਉਂਕਿ ਅਸੀਂ ਅਜੇ ਤੱਕ ਕਦੀ ਬੋਲੀਆਂ ਨਹੀਂ। ਮੈਂ 70 ਸਾਲ ਦੀ ਹਾਂ, ਮੇਰੇ ਲਈ ਬੜਾ ਔਖਾ ਗੱਲ ਕਰਨੀ, ਮੇਰੀ ਫੈਮਿਲੀ ਦੀ ਗੱਲ ਹੈ, ਪਰ ਇਹ ਮੇਰੀ ਮਾਂ ਦਾ ਸਵਾਲ ਹੈ, ਮੇਰੇ ਮਾਂ ਪਿਓ ਦੀ ਇੱਜ਼ਤ ਦਾ ਸਵਾਲ ਹੈ, ਜਿਹਦੇ ਕਰਕੇ ਮੈਨੂੰ ਇਸ ਸਟੈਪ ਲੈਣਾ ਪਿਆ ਤੁਹਾਡੇ ਲੋਕਾਂ ਦੇ ਸਾਹਮਣੇ। ਪਲੀਜ਼ ਮੇਰੀ ਮਦਦ ਕਰੋ। ਜੇ ਨੂੰ ਕੋਈ ਵੀ ਗੱਲ ਦਾ ਇਤਰਾਜ਼ ਹੈ, ਕੁਛ ਵੀ ਹੈ, ਤੁਹਾਡੇ ਲੋਕਾਂ ਦੇ ਸਾਹਮਣੇ ਮੇਰੇ ਨਾਲ ਡਿਬੇਟ ਕਰਨ ਨੂੰ ਤਿਆਰ ਹਾਂ, ਇਕੱਲੇ ਨਾਲ। ਹੁਣ ਟਾਈਮ ਚਲਾ ਗਿਆ, ਮੈਂ ਬੜੀ ਕੋਸ਼ਿਸ਼ ਕੀਤੀ ਵੀ ਮੇਰੇ ਇਕੱਲੀ ਨਾਲ ਤੋਂ ਗੱਲ ਕਰਦਾ ਪੁੱਤਰਾ। ਮੈਂ ਇਹਨੂੰ ਸ਼ਹਿਰੀ ਪੁੱਤ ਕਹਿੰਦੀ ਹਾਂ, ਮੈਂ ਤੇ ਮੇਰੀ ਭੈਣ ਨੇ ਕਦੀ ਇਹਨੂੰ ਭਰਾ ਨਹੀਂ ਕਿਹਾ।
साडा पुत्ता वर्गा बड़ा खेल शरी पुत्र ना करे थोड़ा जिहा सोचना तेरे तो कुछ मंगना नहीं कोई ये कह दे एक बारी भी मेरी मां नहीं या पहला नहीं तेला भी मुझे हाँ इन्हों कोई चीज की लोड़ होई इन्हें मैंने क्या मेरे भेजी है जो तो चीज भेजदा फिर इन्हें व्हाट्सएप पे मैसेज आ यू आर अ जेम दीदी वो तो भाई जेम हो गई उंज मैं घर नहीं वैसे ठीक है सो मैं बेनती कर रही ਤੁਹਾਡੇ ਨਾਲ ਤੇ ਨਾਲੇ ਮੈਂ ਪੰਜਾਬ ਦੀਆਂ ਸਾਰੀਆਂ ਮਾਵਾਂ ਭੈਣਾਂ ਨੂੰ ਅਪੀਲ ਕਰਦੀ ਹਾਂ ਮੇਰੀ ਮਾਂ ਚਲੀ ਗਈ ਮੇਰੀ ਭੈਣ ਚਲੀ ਗਈ ਤੁਸੀਂ ਸਾਰੀਆਂ ਮੇਰੀਆਂ ਮਾਵਾਂ ਭੈਣਾਂ ਜਿੱਥੇ ਕਿਤੇ ਤੁਹਾਨੂੰ ਮਿਲਦਾ ਪਲੀਜ਼ ਪੁੱਛੋ ਤੂੰ ਆਪਣੀ ਮਾਵਾਂ ਭੈਣਾਂ ਨਾਲ ਕੀ ਕੀਤਾ क्यों कितना पैसे पीछे एक पैसे पीछे तो अपनी मां ओदा राइट पर हट ना देना कोई ता कोई झूठ बोलो ओए पैसे पीछे तो वो अपनी मां ਨੂੰ ਕਹਿ ਦਿੰਦਾ अपनी ਭੈਣਾਂ ਨੂੰ ਕਹਿ ਦਿੰਦਾ ਵੀ ਮੈਨੂੰ ਪੈਸੇ ਦੀ ਬਹੁਤ ਭੁੱਖ ਹੈ ਮੈਂ ਤੁਹਾਨੂੰ ਨਹੀਂ ਦੇਣਾ ਕੁਝ ਵੀ ਅਸੀਂ ਤੇ ਤੋਂ ਬਾਹਰ ਕੇ ਸੁੱਟ ਦੇਣੀਆਂ ਸ਼ੇਰੀ ਅਸੀਂ ਹੁਣ ਵੀ ਤੇਰੇ ਤੋਂ ਬਾਹਰ ਸਾਨੂੰ ਨਹੀਂ ਚਾਹੀਦਾ ਤੇਰਾ ਪੈਸਾ ਇਹ ਪੈਸਾ ਮੇਰੇ ਮਾਂ ਦੇ ਖੂਨ ਨਾਲ ਰੰਗਿਆ ਹੋਇਆ ਜਿਹੜਾ ਅੱਜ ਇੰਜੋਏ ਮੈਨੂੰ ਨਹੀਂ ਚਾਹੀਦਾ ਆਪਣੇ ਮਾਂ ਦੇ ਪਿਓ ਦੇ ਖੂਨ ਦਾ ਪੈਸਾ ਮੈਨੂੰ ਨਹੀਂ ਚਾਹੀਦਾ ਅਸੀਂ ਆਪਣੀ ਮਿਹਨਤ ਕਰਕੇ ਆਪਣੀ ਗੁਜ਼ਾਰਾ ਕਰ ਰਹੇ ਹਾਂ ਉਹ ਕਰਾਂਗੇ ਪਰ ਮੈਨੂੰ ਜਵਾਬ ਦੇ ਦੋ ਰੱਬ ਦੇ मैं सिर्फ तुम्हें गुजारिश करनी है इसलिए मैं इतने आई हूँ ते अपना मैं चंगा चुके एक अखीरी गल मैं जरूर कहना चाहूंगी वो जीवन जो गया मेरे पुत्रा एक घर तक डैन भी छड़ दी गया वो एक घर तक पुत्रा डैन भी छड़ दी तू बहुत शुक्रिया ਤੁਹਾਡਾ ਸੁਭੂ ਮੈਂ ਹੋਰ ਤਾਂ ਕੁਝ ਨਹੀਂ ਕਹਿਣਾ ਸੁਭੂ ਜੀ ਇੱਕ ਸਵਾਲ ਹੈ ਕਿ ਹੁਣ ਇਲੈਕਸ਼ਨ ਦਾ ਸਮੇਂ ਹੈ ਹੋਣੀ ਕਿਉਂ ਪਹਿਲਾਂ ਕਿਉਂ ਨਹੀਂ ਮੰਗ ਕਲੀਅਰ ਇਹ ਤੁਸੀਂ ਸੁਣਿਆ ਜੋ ਮੈਂ ਕਿਹਾ ਮੈਂ ਬਿਨਾਂ ਪ੍ਰੂਫ ਤੋਂ ਨਹੀਂ ਆਣਾ ਚਾਹੁੰਦਾ ਮੈਨੂੰ ਆਰਟੀਕਲ ਫੋਨ ਲੱਗਾ ਮੈਨੂੰ ਫੋਨ ਲੱਗਾ ਉਹ ਆਰਟੀਕਲ ਫਿਰ ਮੇਰੇ ਕੋਲ ਗਈਆਂ ਵੀ ਤਰੀਕੇ ਦੇ ਨਾਲ ਗੱਲ ਕਰਨ ਲਈ ਮੈਨੂੰ ਇਹ ਕੰਮ ਕਰਨਾ ਨਾ ਫਿਰ ਜਿਹੜਾ ਮੈਨੂੰ ਕਰੀ ਹੈ ਤਾਂ ਮੈਂ ਪਹਿਲਾਂ ਹੀ ਇਹਨੇ ਆਪਣੇ ਘਰ ਦੇ ਦਰਵਾਜ਼ੇ ਬੰਦ ਕੀਤੇ ਸੀ ਇਹਦਾ ਨੌਕਰ ਤੱਕ ਘਰ ਦਾ ਦਰਵਾਜ਼ਾ ਨਹੀਂ ਖੋਲ੍ਹਦੇ ਸਨ ਔਰ ਇਹ ਪਹਿਲੀ ਵਾਰੀ ਨਹੀਂ ਹੈ ਬੜੇ ਸਾਲਾਂ ਤੋਂ ਚੱਲ ਰਿਹਾ ਹੈ ਮੈਂ ਨਹੀਂ ਵੀ ਸ਼ਾਇਦ ਨੌਕਰ ਆ ਜਾਏ ਨਾਲੇ ਮੇਰੇ ਕੋਲ ਪ੍ਰੂਫ ਹੋਣਾ ਚਾਹੀਦਾ ਮੈਂ ਬਿਨਾਂ ਪ੍ਰੂਫ ਮੈਂ ਹੁਣ ਤੁਸੀਂ ਮੰਗ ਕੀ ਕਰ ਰਹੇ ਹੋ ਕਿ ਹੁਣ ਇਲੈਕਸ਼ਨਸ ਆ ਚੁੱਕੇ ਨੇ ਕਿ ਲੋਕੀ ਇਹਨਾਂ ਨੂੰ ਪੁੱਛਣ ਕਿ ਤੁਸੀਂ ਕੀ ਕੀਤਾ ਆਪਣੀ ਮਾਂ ਭੈਣ ਦੇ ਨਾਲ मैं पॉलिटिकल बंदा नहीं हूं मैं तो कहता मेरा किसी पॉलिटिकल पार्टी नाल कोई कंसर्न नहीं है ये मेरा फैमिली मैटर मैनू ओदे ਲਈ हेल्प चाहिए है भी जो कुछ इन्हें अपनी मां ਲਈ झूठ बोलिया ਮੈਨੂੰ ਤਾਂ ਉਹ ਸਟੇਟਮੈਂਟ ਐਕਚੁਅਲੀ ਦੱਸ ਦਿਓ ਐਕਚੁਅਲੀ ਕਲੀਅਰ ਨਹੀਂ ਹੋ ਪਾ ਰਿਹਾ ਮੰਗ ਕੀ ਹੈ ਮੰਗ ਕੀ ਉਹ ਸਟੇਟਮੈਂਟ ਕੀ ਸੀਗੀ ਮੈਨੂੰ ਪ੍ਰੂਫ ਦਵੇ ਇਹਨੇ ਲਿਖਿਆ ਇਹਨੇ ਕਿਹਾ ਮੇਰੇ ਮਾਂ ਪਿਓ ਦੀ ਜੁਡੀਸ਼ੀਅਲ ਸੈਪਰੇਸ਼ਨ ਹੋਈ ਹੈ ਜਦੋਂ ਮੈਂ 2 ਸਾਲ ਦਾ ਸੀ ਮੇਰੀਆਂ ਮਾਵਾਂ ਭੈਣਾਂ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਹੈ ਆਹ ਫੋਟੋ ਮੈਂ ਤੁਹਾਨੂੰ ਦਿਖਾਈ ਹੈ 2 ਸਾਲ ਦਾ ਇਹ ਦੇਖੋ ਉਸ ਕਰਕੇ ਮੇਰੀ ਮਾਂ ਕਚਹਿਰੀ ਚ ਗਈ ਸੀ ਵੀ ਤੂੰ ਕਿਉਂ ਝੂਠ ਬੋਲ ਰਿਹਾ ਹੈ और मैं सोचती रहने सिर्फ पैसे पीछे बयान दिता सी भी मेरी मां जिहड़ी है ओनू मैं जदा चो कड्ढा और इन्हें नहीं दिता इन्हें जदा चो कड्ढिया ओनू ओने मंगिया नहीं असी दे दिया सो मैं तो दसदा सारा भी ओने मैं अपनी मां नू सड़क से पैदल लेके गई बस विच
जबकि इन्हें ना करके बोल मैं नहीं समझ आती मैं की ਜਦੋਂ ਇतਨੇ ਸਾਲ ਪਹਿਲੇ ਹੀ ਉਹਨਾਂ ਨੇ ਸੈਪਰੇਸ਼ਨ ਕਰ ਦਿੱਤਾ ਤੇ ਉਹ ਅੱਜ ਉਹਦੇ ਆਰੋਪ ਕੀ ਲੱਗ ਰਹੇ की गल जी ਮਾਮਲਾ ਤਾਂ ਬਹੁਤ ਪੁਰਾਣਾ ਹੈ ਜੀ ਹਾਂਜੀ। ਸੈਪਰੇਸ਼ਨ ਵੀ ਉਹ ਬਹੁਤ ਪੁਰਾਣੀ ਹੋ ਗਈ कोई नहीं ਤੁਸੀਂ ਗੱਲ ਸਮਝੋ ਦੀ ਕੋਸ਼ਿਸ਼ ਕਰੋ ਮੈਂ ਜੋ ਕਹਿ ਰਹੀ ਹਾਂ ਮੈਨੂੰ ਪ੍ਰੂਫ ਦਵੇ ਸੈਪਰੇਸ਼ਨ ਦਾ ਜਿਹੜਾ ਇੰਨੇ ਕਿ ਹੈ ਝੂਠ ਬੋਲਿਆ ਆਪਣੀ ਮਾਂ ਨੂੰ ਜਾਇਦਾਦ ਤੋਂ ਬੇਦਖਲ ਆਪਣੀਆਂ ਭੈਣਾਂ ਨੂੰ ਕਰਨ ਲਈ ਮੈਂ ਉਹ ਪ੍ਰੂਫ ਮੰਗ ਰਹੀ ਹਾਂ ਦਵੇ ਮੈਨੂੰ ਪ੍ਰੂਫ ਜਿਹੜਾ ਮੇਰੀ ਮਾਂ ਮੰਗ ਰਹੀ ਸੀ ਜਿਹਦੇ ਲਈ ਉਹਨੇ ਕੇਸ ਕੀਤਾ ਇਹ ਦਵੇ ਪ੍ਰੂਫ ਕਿਉਂ ਨਹੀਂ ਗਿਆ ਉਹਦੇ ਨਾਲ ਮੈਨੂੰ ਪ੍ਰੂਫ ਲੈ ਦਿਓ ਪਲੀਜ਼ ਜੇ ਮੇਰੀ ਮਾਂ ਦੀ ਇੱਜ਼ਤ ਜਿਹਦੇ ਲਈ ਉਹਨੇ ਆਪਣੀ ਜਾਨ ਦਿੱਤੀ ਮੈਂ ਸਿਰਫ ਉਹਦਾ ਬੇਟਾ ਚਾਹਨੀ ਹਾਂ ਮੈਨੂੰ ਤਾਂ ਸਿੱਧੂ ਸਾਹਿਬ ਨੇ ਕਿਹਾ ਇਹ ਬਿਆਨ ਪਹਿਲੀ ਵਾਰ ਦਿੱਤਾ ਜੀ? बेटा मेरी गल सुनो मेरी गल में ਅੱਗੇ ਨਹੀਂ ਆ ਰਿਹਾ मैं जो आ रहा? नॉलेज है मैं ਤੁਹਾਨੂੰ ਦੱਸਦਾ ਇਹ ਹੁਣ ਤੁਸੀਂ ਪ੍ਰੈਸ ਵਾਲੇ ਤੁਹਾਡੇ ਕੋਲ ਬਹੁਤ ਪਾਵਰ ਹੈ ਇਹ ਹੁਣ ਤੁਸੀਂ ਦੇਖ ਲਓ ਪਹਿਲਾਂ ਦਿੱਤਾ ਬਾਅਦ ਚ ਦਿੱਤਾ ਕਿੰਨੇ ਦਿੱਤੇ ਮੈਨੂੰ ਜਿਹੜੀ ਚੀਜ਼ ਮੈਂ ਤੁਹਾਨੂੰ ਉਹ ਦੱਸਣੀ ਹੈ ਜਿਹੜੀ ਮੈਨੂੰ ਪਤਾ ਮੈਂ ਸ਼ਹਿਰੀ ਨਹੀਂ ਹਾਂ ਜਿਹੜਾ ਐਵੇਂ ਝੂਠ ਨਾ नहीं ये सवाल इसलिए पूछा गया जी कि ये पुराना है नया है ये जे किधरे पुराना है ਤਾਂ ਉਹਦੀ ਅੱਜ ਵਜ੍ਹਾ ਕੀ ਹੈ ਡਿਸਕਲੋਜ਼ ਕਰਨ ਦੀ ਤੇ ਜੇ ਇਹ ਨਵਾਂ ਹੈ ਤਾਂ ਉਹ ਅੱਜ ਪਤਾ ਇਹ ਚੱਲਦਾ ਡਿਸਕਲੋਜ਼ ਹੋਈ ਹੋਈ ਹੈ ਮੇਰੀ ਮਾਂ ਨੇ ਕੇਸ ਕੀਤਾ ਹੋਇਆ ਉਹ ਮਰ ਗਈ ਮੈਂ ਹੁਣ ਨਹੀਂ ਡਿਸਕਲੋਜ਼ ਕਰ ਰਹੀ ਮੈਂ ਪੁਰਾਣਾ ਮੁੱਦਾ ਜਿਹਦੇ ਕਰਕੇ ਉਹ ਵਾਰਸਾਂ ਦੀ ਤਰ੍ਹਾਂ ਮਰ ਗਈ ਜਿਹੜਾ ਇਹਨਾਂ ਨੂੰ ਮੈਂ ਉਹਨੂੰ ਦੁਬਾਰਾ ਚੱਕ ਰਹੀ ਹਾਂ ਜਿਹੜਾ ਉਹ ਚਾਹੁੰਦੀ ਸੀ ਤੁਹਾਡੇ ਮੇਰਾ ਨਾਮ clear ਤੁਹਾਡੇ ਕਹਿਣ ਦਾ ਮਤਲਬ ਹੈ 1987 ਚ ਇੱਕ ਆਰਟੀਕਲ ਛਪਦਾ ਹੈ ਹਾਂਜੀ। ਜਿਸ ਦੇ ਵਿੱਚ ਇਹ ਕਹਿੰਦੇ ਨੇ ਕਿ 2 ਸਾਲ ਦਾ ਜਦੋਂ ਮੈਂ ਸੀ ਉਦੋਂ ਸੈਪਰੇਸ਼ਨ ਹੋ ਗਈ ਹਾਂ, ਮੇਰਾ- ਸੀ ਲੇਕਿਨ ਇਹ ਝੂਠੀ ਸਟੇਟਮੈਂਟ ਸੀ ਤੁਹਾਡੀ ਮਾਂ ਨੂੰ ਔਰ ਤੁਹਾਨੂੰ ਜਿਹੜਾ ਜਾਇਦਾਦ ਤੋਂ ਬੇਦਖਲ ਕਰਨ ਦੇ ਲਈ ਤੇ ਉਹਦਾ ਹੁਣ ਤੁਸੀਂ ਪ੍ਰੂਫ ਮੰਗ ਰਹੇ ਹੋ ਕਿ ਇਹ ਝੂਠੀ ਸਟੇਟਮੈਂਟ ਕਿਉਂ ਹੈ ਹਾਂਜੀ ਮੈਂ ਪੁੱਛ ਰਿਹਾ ਜੀ ਅੱਜ ਕਿਉਂ ਦੇ ਰਹੇ ਸਟੇਟਮੈਂਟ ਹਾਂਜੀ ਇਹ ਸਟੇਟਮੈਂਟ ਤੁਸੀਂ ਅੱਜ ਕਿਉਂ ਦੇ ਰਹੇ ਹੋ ਮੈਨੂੰ ਜਦੋਂ ਭਾਈ ਸਾਹਿਬ ਉਹ ਲਿੰਕ ਮਿਲੇਗਾ ਮੈਂ ਤਾਂ ਹੀ ਤੁਹਾਨੂੰ ਦੱਸੂਗੀ ਜੇ ਮੇਰੇ ਹੱਥ 'ਚੋਂ ਹੈ ਹੀ ਨਹੀਂ ਇਹਦਾ ਤੁਸੀਂ ਸਟੇਟਮੈਂਟ ਕੋਈ ਕਾਨੂੰਨੀ ਕਾਰਵਾਈ ਕਰ ਰਹੇ ਹੋ ਤੁਸੀਂ ਕਹਿ ਰਹੇ ਮੈਂ ਕੁਛ ਨਹੀਂ ਕਰ ਰਹੀ ਮੇਰੀ ਮਾਂ ਨੇ ਕੀਤਾ ਮੈਂ ਤੁਹਾਡੇ ਕੋਲ ਆ ਪਹਿਲੀ ਵਾਰੀ ਆਈ ਹਾਂ ਹੁਣ ਕਿਉਂਕਿ ਮੈਨੂੰ ਆਰਟੀਕਲ ਹੁਣ ਮਿਲਿਆ ਮੈਂ ਇਹ 87 ਦਾ ਆਰਟੀਕਲ ਹੈ ਜੀ 87 ਦਾ ਇਹ ਸਾਰੇ ਤੁਸੀਂ ਕਾਪੀ ਲੈ ਸਕਦੇ ਹੋ ਸਾਰਿਆਂ ਦੀ ਕਾਪੀ ਸਾਹਮਣੇ ਇਹ ਨੇ ਇੰਡੀਆ ਟੁਡੇ ਨੂੰ ਦਿੱਤੀ ਹੈ ਮੈਂ ਸਾਹਮਣੇ ਜਿਹਦੇ ਚ ਇਹਨੇ ਕਿਹਾ ਮੈਂ 2 ਸਾਲ ਦਾ ਸੀ ਜਦੋਂ ਮੇਰੇ ਮਾਂ ਪਿਓ नीचे करो मैम नीचे करो हम नीचे ਦੇਸ਼ ਦਾ ਇਲੈਕਸ਼ਨ ਹੋ ਗਈ ਤੇ ਮੇਰੀ ਮਾਂ ਤੇ ਭੈਣਾਂ ਨਾਲ ਮੇਰਾ ਕੋਈ ਲਿੰਕ ਨਹੀਂ ਮੈਡਮ ਤੁਹਾਨੂੰ ਇਹ ਪਤਾ ਹੈ ਇਸ ਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਕਿੰਨਾ ਵੱਡਾ ਨੁਕਸਾਨ ਹੋ ਜਾਏਗਾ ਤੁਹਾਨੂੰ ਇਸ ਚੀਜ਼ ਦੀ ਗੱਲ ਸਮਝ ਹੈ ਵੀ ਜਿਹੜੀ ਤੁਸੀਂ ਸਟੇਟਮੈਂਟ ਦੇ ਰਹੇ ਹੋ ਇਸ ਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਕਿੰਨਾ ਵੱਡਾ ਨੁਕਸਾਨ ਹੋਵੇਗਾ ਤੁਸੀਂ ਮੇਰੇ ਤੋਂ ਇਹ ਸਵਾਲ ਪੁੱਛਣ ਦੀ ਬਜਾਏ ਤੁਸੀਂ ਨਵਜੋਤ ਸਿੰਘ ਨੂੰ ਪੁੱਛ ਸਕਦੇ ਹੋ ਜਦ ਤੇਰੀ ਭੈਣ ਤੈਨੂੰ ਮਿਲਣ ਆਈ ਸੀ ਜਦ ਤੇਰੀ ਭੈਣ ਤੈਨੂੰ WhatsApp ਤੇ ਮੈਸੇਜ ਭੇਜਦੀ ਸੀ ਕਿ ਤੂੰ ਕੀ ਕਰ ਰਿਹਾ ਆਪਣੀ ਫੈਮਿਲੀ ਨਾਲ ਯੂ ਆਰ ਅ ਕੂਲ ਪਰਸਨ ਵਾਟ ਯੂ ਆਰ ਡੂਇੰਗ ਟੂ ਯਰ ਫੈਮਿਲੀ ਜਦੋਂ ਤੂੰ ਆਪਣੀ ਭੈਣਾਂ ਨੂੰ ਨੌਕਰਾਂ ਦੇ ਜਾਂ ਜਸਟ ਵੀ ਕੋਲ ਕਹਿ ਦਿੰਦੀ ਸੀ ਮੈਂ ਸੁੱਤੀ ਪਈ ਆ ਚਾਬੀ ਨਹੀਂ ਮੈਂ ਦੇਣੀ ਦਰਵਾਜ਼ਾ ਨਹੀਂ ਖੁੱਲ੍ਹਾ ਉਹਦਾ ਕੁਝ ਕੀਤਾ ਸੀ ਵੀ ਉਹ ਇਹ ਕੁਐਸਚਨ ਤੁਸੀਂ ਉਹਨੂੰ ਪੁੱਛੋ ਮੈਨੂੰ ਪੁੱਛਣ ਦੀ ਬਜਾਏ ਮੈਨੂੰ ਮਜਬੂਰ ਕੀਤਾ ਗਿਆ ਮੈਂ ਕਿਸੇ ਇਲੈਕਸ਼ਨ ਵਿੱਚ ਨਹੀਂ ਤੁਸੀਂ ਸ਼ਹਿਰੀ ਦੀ ਮਾਮਲੇ ਤੁਹਾਨੂੰ ਜਸਵੀਰ ਕੌਰ ਨਹੀਂ ਪਤਾ ਜਿਹੜੀ ਉਸ ਘਰ ਦੀ ਸੱਸ ਹੈ ਇਹਦੀ ਸੱਸ ਜਿਹਦੇ ਕਰਕੇ ਕੋਈ ਚੱਲਦਾ ਹੀ ਨਹੀਂ ਉਹਦਾ ਨਹੀਂ ਪਤਾ ਉਹਦੇ ਬਿਨਾ ਕੋਈ ਚੱਲ ਨਹੀਂ ਸਕਦਾ ਘਰ ਵੜ ਨਹੀਂ ਸਕਦਾ ਮੈਮ ਵੀ ਊਡ ਲਾਈਕ ਟੂ ਨੋ ਪ੍ਰੋਪਰਟੀ ਦਾ ਕੀ ਵੈਲਿਊਜ਼ ਮੈਂ ਕੁਛ ਨਹੀਂ ਜਾਣਦਾ ਭਾਈ ਸਾਹਿਬ ਉਸ ਚੀਜ਼ਾਂ ਸੀਗੀਆਂ ਘਰ ਸੀ ਜ਼ਮੀਨ ਸੀ ਭਾਈ ਸਾਹਿਬ ਜਿਹਦੇ ਤੋਂ ਮੈਂ ਕੁਛ ਨਹੀਂ ਮੈਨੂੰ
ਅਸੀਂ ਕਦੀ ਇतना ਸੋਚਿਆ ਨਾ, ਮੇਰੀ ਮਾਂ ਨੇ ਕਦੀ ਸੋਚਿਆ। ਮੈਨੂੰ ਇਹ ਪਤਾ ਹੈ ਘਰ ਸੀ, ਕੋਠੀ ਸੀ, ਜਦਾਦ ਸੀ, ਰੋਡ ਸੀ, ਜ਼ਮੀਨ ਸੀ। ਮੈਨੂੰ ਨਹੀਂ ਪਤਾ ਉਹਦੀ ਕੀ, ਮੇਰੇ ਪਿਓ ਦੀ ਪੈਨਸ਼ਨ ਪਈ ਸੀ। ਜ਼ਮੀਨ ਕਿੱਥੇ ਸੀ, ਕਿੰਨੀ ਸੀ? ਮੇਰੇ ਨਾਗਦਾਰ ਕੇ ਨਾਭੇ ਦੇ ਸੀ, ਮੈਨੂੰ ਨਹੀਂ ਇੰਨੀ ਡਿਟੇਲ ਪਤਾ। ਉਹਦੇ ਨੇੜੇ ਜਿਹੜੇ ਹੋਣ One house you have in Patiala, which I ਹਾਂਜੀ, ਜਿਹੜੇ ਮੇਰੇ ਮਾਂ ਪਿਓ ਨੇ ਆਪ ਬਣਵਾਇਆ। ਬਹੁਤ ਤੇਜ਼ ਹੈ। ਸੋ ਇਹਨੇ ਹੁਣ ਵੀ ਜਗਬਾਣੀ ਨੂੰ 5-6 ਦਿਨ ਹੋਏ ਇੱਕ ਬਣਾਈਏ, ਟੇਪ ਦਿੱਤੀ ਹੈ, ਇਹਨੇ ਇੰਟਰਵਿਊ ਦਿੱਤੀ ਹੈ। ਮੈਂ ਇੱਥੇ ਸੀ ਜਦੋਂ ਇਹਨੇ ਕੀਤੀ ਹੈ। ਉਹਦੇ ਵਿੱਚ ਵੀ ਜੋ ਕੁਛ ਇਹਨੇ ਕਿਹਾ ਆਪਣੇ ਮਾਂ ਪਿਓ ਬਾਰੇ 100% ਝੂਠ, 120% ਝੂਠ। ਉਹਦੇ ਵਿੱਚ ਵੀ ਆਖਿਆ ਜੀ ਇਹ ਤੁਸੀਂ ਦੇਖੋ, ਤੁਸੀਂ ਮੀਡੀਆ ਵਾਲੇ ਦੇਖ ਲਓ, ਜਗਬਾਣੀ ਦੀ YouTube ਸੁਮਨ ਜੀ, ਇਹ ਆਰਟੀਕਲ ਤੁਸੀਂ ਕਿੱਦਾਂ ਤੁਹਾਨੂੰ ਮਿਲਿਆ ਹੈਗਾ? ਕਿੰਨੀ ਮੁਸ਼ਕਲ ਕਰਨੀ ਦੀ ਕੋਈ ਆਰਟੀਕਲ ਲਗਾਈ ਸੀ ਜਾਂ ਕਿੰਨੇ ਮੈਨੂੰ ਤੋਂ ਜਾ ਕੇ ਲੈ ਕੇ ਆਏ? ਮੈਨੂੰ ਇਹਨਾਂ ਨੇ ਬਹੁਤ ਮੁਸ਼ਕਲ ਕਰਨੀ ਪਈ। ਜਦੋਂ ਮੇਰੀ ਭੈਣ ਦੀ ਡੈਥ ਹੋਈ 13 ਦੇ ਵਿੱਚ, ਮੈਨੂੰ ਕਿਸੇ ਨੇ E9 ਦੀ ਯੂਨੀਵਰਸਿਟੀ ਵਾਲਿਆਂ ਦੇ ਨਾਲ ਮਿਲਾਇਆ। ਮੈਂ ਨਹੀਂ, ਉਹਨਾਂ ਨੇ ਮੇਰੀ ਇੰਟਰਵਿਊ ਲਈ, ਇਹਨਾਂ ਨੇ ਮੈਂ ਨਹੀਂ ਆਪਣੇ ਭਰਾ ਦੇ ਬਾਰੇ ਕੁਝ ਕਿਹਾ। ਮੈਂ ਉਹਨੂੰ ਕਿਹਾ ਇਹਨਾਂ ਨੂੰ ਵੀ ਮੈਨੂੰ ਕੋਈ ਇੰਡੀਆ ਟੁਡੇ ਦਾ ਬੰਦਾ ਮਿਲ ਸਕਦਾ ਹੈ? ਮੈਂ ਇੰਡੀਆ ਟੁਡੇ ਤੋਂ ਆਪਣੇ ਭਰਾ ਦਾ ਇੰਟਰਵਿਊ ਕਰਨਾ। ਉਹਨੇ ਮੈਨੂੰ ਇੰਡੀਆ ਟੁਡੇ ਵਾਲੇ ਦਾ ਨੰਬਰ ਭੇਜਿਆ। ਉਹ ਬੰਦੇ ਨੇ ਮੈਨੂੰ ਲਿੰਕ ਦਿੱਤਾ ਇੰਡੀਆ ਟੁਡੇ ਦਾ ਪੁਰਾਣਾ, ਵੀ ਤੁਸੀਂ 86 ਤੋਂ, ਮੈਂ ਕਿਹਾ ਸੀ 86 ਤੋਂ ਮੈਨੂੰ ਲਿੰਕ ਭੇਜੋ ਤਾਂ ਕਿ ਮੈਂ ਲੱਭ ਸਕਾਂ। ਉਹਨੇ ਮੈਨੂੰ ਲਿੰਕ ਭੇਜਿਆ। ਮੈਂ ਬੜੀ ਲੱਭਣ ਦੀ ਕੋਸ਼ਿਸ਼ ਕੀਤੀ, 2 ਸਾਲਾਂ ਲਿੰਕ ਰੱਖਿਆ, ਮੈਨੂੰ ਨਹੀਂ ਲੱਭਾ। ਮੈਂ ਹੋਰ ਬੜੇ ਬੰਦਿਆਂ ਦੀ ਮਦਦ ਮੰਗੀ ਵੀ ਪਲੀਜ਼ ਰੱਬ ਦੇ ਵਾਸਤੇ ਮੈਨੂੰ ਕੋਈ ਨਾ ਇੰਟਰਵਿਊ ਕਢਾ ਲਓ ਤਾਂ ਕਿ ਮੈਂ ਇਹਨੂੰ ਦਿਖਾ ਸਕਾਂ। ਮੈਂ ਇਹਨੂੰ ਦਿਖਾਣੀ ਸੀ ਬੇਸਿਕਲੀ, ਮੈਂ ਇਹਨੂੰ ਪੁੱਛਣਾ ਸੀ ਵੀ ਆ ਜੋ ਕੁਝ ਕਿਹਾ ਇਹ ਸੱਚ ਹੈ ਬੇਟਾ ਕਿ ਝੂਠ ਹੈ? ਮੈਨੂੰ ਦੱਸ। ਆਪਾਂ ਦੋਨੋਂ ਭੈਣ ਭਰਾ ਬੈਠੇ ਆ। ਮੈਂ ਇਹਦੇ ਲਈ ਕੱਢੀ ਸੀ, ਮੈਂ ਤੁਹਾਡੇ ਲਈ ਨਹੀਂ ਸੀ ਕੱਢੀ। ਮੈਂ ਮੀਡੀਆ ਚਾਲ ਲਈ ਨਹੀਂ ਸੀ ਕੀਤੀ। ਮੈਂ ਆਪਣਾ ਝੱਗਾ ਚੱਕ ਰਹੀ ਹਾਂ। ਤੁਹਾਨੂੰ ਲੱਗਦਾ ਮੈਨੂੰ ਫੀਲਿੰਗ ਹੋ ਰਿਹਾ ਮੇਰੇ ਪਰਿਵਾਰ ਦਾ ਝੱਗਾ ਚੱਕ, ਮੇਰਾ ਢਿੱਡ ਨੰਗਾ ਹੋ ਰਿਹਾ, ਮੇਰਾ ਬੱਚਾ ਵਰਗਾ ਭਰਾ ਨਾ। ਕਦੀ ਵੀ ਤੁਸੀਂ ਕਹਿ ਰਹੇ ਹੋ ਜੁਡੀਸ਼ੀਅਲ ਸੈਪਰੇਸ਼ਨ ਕਦੀ ਵੀ ਨਹੀਂ ਹੋਈ। ਕਦੀ ਵੀ ਨਹੀਂ ਹੋਈ। ਸੁਮਨ ਜੀ, ਤੁਸੀਂ ਦੱਸੋ ਲੋਕਾਂ ਨੂੰ ਵੀ ਨਵਜੋਤ ਸਿੰਘ ਸਿੱਧੂ ਕਿੱਦਾਂ ਦਾ ਬੰਦਾ? ਲੋਕੀ ਇਹਨੂੰ ਪਤਾ ਹੈ, ਤੁਸੀਂ ਦੇਖੋ ਮੇਰਾ ਭਰਾ, ਮੇਰੇ ਬੱਚਿਆਂ ਵਰਗਾ, ਮੈਂ ਉਹਦੇ ਬਾਰੇ ਮਾੜਾ ਵੀ ਨਹੀਂ ਕਹਿ ਸਕਦੀ। ਮੈਂ ਨਹੀਂ ਕਹਿ ਸਕਦੀ ਉਹ ਮੇਰਾ ਭਰਾ, ਇੱਕੋ ਭਰਾ, ਔਰ ਮੇਰੇ ਬੱਚਿਆਂ ਵਰਗਾ। ਮੈਂ ਉਹਦੇ ਲਈ ਕੋਈ ਮਾੜਾ ਨਹੀਂ ਕਹਿ। ਮੈਨੂੰ ਸਿਰਫ ਆਪਣੀ ਮਾਂ ਲਈ ਜਸਟਿਸ ਚਾਹੀਦਾ। That's it। ਤੁਸੀਂ ਇੰਡੀਆ ਤੱਕ ਆਏ ਸੀ? ਲੋਕੀ ਵਿਸ਼ਵਾਸ ਕਰਨ ਜਾਂ ਨਾ ਕਰਨ, ਇਹ ਲੋਕਾਂ ਦੇ ਇਹ ਭਰਾ ਮੇਰੇ ਹੋ, ਭੈਣਾਂ ਮੇਰੀ ਹੋ, ਇਹ ਲੋਕਾਂ ਦੇ ਉੱਤੇ ਆ। ਮੈਂ ਕਿਸੇ ਨੂੰ ਕੁਝ, ਮੈਂ ਤਾਂ ਸਿਰਫ ਹੱਥ ਬੰਨ੍ਹ ਮੈਡਮ ਜੀ, US ਕਿੱਥੇ? ਮਦਦ ਮੰਗ ਰਹੀ ਹਾਂ। ਇਹ ਤੁਹਾਡੇ ਤੇ ਆ, ਯਕੀਨ ਕਰਨਾ ਹੈ, ਨਹੀਂ ਕਰਨਾ। US ਕਿੰਨੀ ਦੇਰ ਤੋਂ ਰਹਿ ਰਹੇ ਹੋ? ਇੰਡੀਆ ਤੁਸੀਂ US ਕਿੱਥੇ ਰਹਿ ਰਹੇ ਹੋ? ਮੈਂ ਇੰਡੀਆ 13 ਜਨਵਰੀ ਨਾਲ ਸੀ। ਮੈਂ ਹਰ ਸਾਲ ਆਉਂਦੀ ਹਾਂ ਇੱਥੇ। ਮੈਂ 90 ਦੀ ਉੱਥੇ ਗਈ ਹੋਈ ਹਾਂ। 89 ਚ ਮੇਰੀ ਮਾਂ ਦੀ ਡੈਥ ਹੋਈ ਸੈਪਟੰਬਰ 'ਚ। ਮੈਂ ਫਰਵਰੀ 90 ਚਲੀ ਗਈ। ਮੈਂ ਤੇ ਮੇਰਾ ਘਰ ਵਾਲਾ ਪਹਿਲਾਂ ਹੀ ਉੱਥੇ ਸੀ। ਉਹਦੇ ਕੋਲ ਗ੍ਰੀਨ ਕਾਰਡ ਸੀ, ਉਹਨੇ ਡਾਕਟਰੀ ਪਾਸ ਕੀਤੀ ਹੋਈ ਸੀ ਉੱਥੇ। ਉਹਦੇ ਬੇਸ ਤੇ ਮੈਨੂੰ ਤੋਂ ਗ੍ਰੀਨ ਕਾਰਡ ਮਿਲਿਆ ਤੇ ਮੈਂ ਚਲੀ ਗਈ। US ਕਿੱਥੇ ਰਹਿੰਦੇ ਹੋ ਜੀ? ਅਸੀਂ ਰਹਿੰਦੇ ਹਾਂ ਰੋਚੈਸਟਰ, ਨਿਊਯਾਰਕ। ਨਾਇਗਰਾ ਫਾਲ ਦੇਖੋ, 15 ਸਾਲ ਤੋਂ ਪਿਛਲੇ 15 ਸਾਲ ਤੇ ਮੈਂ ਹਰ ਸਾਲ ਇੱਥੇ ਆਉਂਦੀ ਸੀ। ਤੁਸੀਂ ਉੱਥੇ ਬਿਜ਼ਨਸ ਕਰਦੇ ਹੋ? ਵਾਟ ਡੂ ਯੂ ਡੂ ਮੈਮ? ਮੈਂ ਕੁਝ ਨਹੀਂ ਕਰਦੀ ਜੀ, ਮੇਰਾ ਘਰ ਵਾਲਾ ਡਾਕਟਰ ਹੈ। ਮੈਂ ਪਿਛਲੇ 10-12 ਸਾਲ ਤੋਂ ਕੋਈ ਨੌਕਰੀ ਨਹੀਂ ਕਰਦੀ। ਰੱਬ ਨੇ ਸਾਨੂੰ, ਵਾਹਿਗੁਰੂ ਨੇ ਮਿਹਰ ਕੀਤੀ ਹੈ ਸਾਡੇ ਹੱਥਾਂ ਨੂੰ। ਮਾਸੀ ਜਦੋਂ ਮੀਆਂ ਬੀਬੀ ਇੱਥੋਂ ਗਏ ਸੀ, ਸਾਡੀ ਜੇਬ 'ਚ $80 ਸੀ। $80 ਲੈ ਕੇ ਅਸੀਂ ਨਿਊਯਾਰਕ ਉਤਰੇ ਸੀ, ਦੋਨੋਂ ਮੀਆਂ ਬੀਬੀ। ਅਸੀਂ ਦੋਨੋਂ ਡਾਕਟਰ ਸੀ ਇੱਥੇ। ਸਾਡੀ ਉੱਥੇ ਕੋਈ ਫੈਮਿਲੀ ਮੈਂਬਰ ਨਹੀਂ ਸੀ ਵੀ ਸਾਨੂੰ ਕੋਈ ਸਪੋਰਟ ਹੋਵੇ। ਇਹਦੇ ਕੋਲ ਲੱਖਾਂ ਕਰੋੜਾਂ ਸੀ ਉਦੋਂ ਵੀ।
ਕਦੀ ਇਸ ਤੋਂ ਮੰਗਿਆ, ਕਦੀ ਇਹਨੂੰ ਜਿਤਾਇਆ ਵੀ ਸ਼ਹਿਰੀ ਸਾਨੂੰ ਲੋੜ ਹੈ। ਮੇਰੀ ਭੈਣ ਇੱਥੇ ਅੰਨੀ ਸੀ ਆਲਮੋਸਟ, ਇਹਨੂੰ ਪਤਾ ਸੀ, ਉਹਨੇ ਮੰਗਿਆ ਇਸ ਤੋਂ ਕੁਝ। ਵਾਟਸ ਦਾ ਨੇਮ ਸੀ? ਮੇਰੀ ਭੈਣ ਦਾ ਨਾਮ ਸੀ ਮਿਸਿਸ ਨੀਲਮ ਮਹਾਜਨ। ਮੇਰੀ ਮਾਂ ਹਿੰਦੂ ਸੀ, ਨਿਰਮਲ, ਤੇ ਮੇਰਾ ਪਿਓ ਸਰਦਾਰ ਭਗਵੰਤ ਸਿੰਘ। ਮੇਰੀ ਨਾਨੀ ਕੁਮਾਰ ਮੰਡੀ ਸੀ, ਵਿਡੋ ਲੇਡੀ। ਉਹਨੇ ਆਪਣਾ ਘਰ ਬਣਾਇਆ ਸੀ ਸ਼ਾਮ ਸਿੰਘ ਰੋਡ ਤੇ। ਉਹਨੇ ਆਪਣੇ ਘਰ ਦੇ ਪਿੱਛੇ ਹੀ ਜਿੰਨੇ ਘਰ ਦੀ ਜ਼ਮੀਨ ਸੀ 300 ਗਜ, ਉਨੀ ਜ਼ਮੀਨ ਪਿੱਛੇ ਲੈ ਕੇ ਉਹਨੇ ਮੰਦਰ ਬਣਾਇਆ। ਕਿਸੇ ਤੋਂ ਇੱਕ ਪੈਸਾ ਨਹੀਂ ਲਿੱਤਾ, ਆਪ ਆਪਣਾ ਜਿੱਦਾਂ ਮਰਜ਼ੀ ਚੰਦਾ ਇਕੱਠਾ ਕਰਕੇ ਜਿੱਦਾਂ ਮਰਜ਼ੀ ਉਹਨੇ ਮੰਦਰ ਬਣਾ ਕੇ ਦਾਨ ਦੇਤਾ। ਉਹ ਮੰਦਰ ਖਾਲੇ ਦੀ ਉਹਦੀ ਮੂਰਤੀ ਲੱਗੀ, ਫੋਟੋ ਲੱਗੀ ਹੋਈ, ਮਾਤਾ ਕੁਸ਼ਲਿਆ ਦੇਵੀ ਮੰਦਰ ਕਹਿੰਦੇ ਕਦੇ ਜਿਹੜੀਆਂ ਇਹ ਗੱਲਾਂ ਕਰਦਾ ਹੈ ਤੂੰ ਕਰ ਤਰ੍ਹਾਂ ਰੱਬ ਤੈਨੂੰ ਭੋਲੇ ਵਾਹਿਗੁਰੂ ਬਣਾਈਆਂ ਕਰਨੀਆਂ। ਵਾਹਿਗੁਰੂ ਇਹਨੂੰ ਭੋਲ, ਇਹਦੀ ਪੈਸੇ ਦੀ ਭੁੱਖ ਨਾ ਮਿਲੇ, ਕਿਸੇ ਤਰੀਕੇ ਮੁਕਦੀਆਂ ਮੁਕਾ ਇਹਨੂੰ ਭੋਲ ਦੇ ਪਰ ਮੇਰੇ ਮਾਂ ਦਾ ਨਾਮ ਝੂਠ ਨਾ ਬੋਲੇ। ਹੁਣ ਆਪਣੀ ਜ਼ੁਬਾਨ ਨੂੰ ਲਗਾਮ ਦੇ ਲੱਗ ਸਾਨੂੰ ਹੋਰ ਨਹੀਂ ਪਤਾ ਕਰਦਾ अमित भाई कोई सवाल है? वन करा दो, वन टू। ਸੁਮਨ ਜੀ, ਤੁਸੀਂ ਪਟਿਆਲੇ ਵਾਲੇ ਘਰ ਗਏ ਜੀ? ਕਿਉਂਕਿ ਉਹ ਤਾਂ ਪਤਾ ਜਲਦੀ ਘਰ ਹੈ। ਮੈਨੂੰ ਕਿਤੇ ਵੜਨ ਦੀ ਇਜਾਜ਼ਤ ਨਹੀਂ ਹੈ, ਨਾ ਮੇਰੀ ਭੈਣ ਨੂੰ ਸੀ। ਕਿਤੇ ਵੀ ਕਿਸੇ ਘਰ ਵਿੱਚ ਅਸੀਂ ਨਹੀਂ ਜਾ ਸਕਦੀਆਂ ਜਿੱਥੇ ਸਾਡਾ ਬਚਪਨ ਬੀਤਿਆ ਹੋ ਜੱਦੀ अमित भाई ਅਸੀਂ ਨਹੀਂ ਉੱਥੇ ਜਾ मैडम बार बार आप कह रहे हो कि पॉलिटिकल नहीं है, लेकिन आपको पता है चुनाव है और आज अभी खत्म कर दो। मेरी गल सुनो, ਕਿਹੜਾ ਟਾਈਮ ਸਹੀ ਟਾਈਮ ਹੋ ਸਕਦਾ ਹੈ ਆਪਣਾ ਝੱਗਾ ਚੱਕਣ ਲਈ? ਮੈਨੂੰ ਉਹ ਦੱਸੋ, ਤੁਸੀਂ ਦੱਸੋ ਵੀ ਜਦੋਂ ਕਿਸੇ ਨੇ ਆਪਣਾ ਝੱਗਾ ਚੱਕੇ ਆਪਣਾ ਢਿੱਡ ਨਾ ਕਿਹੜਾ ਟਾਈਮ ਹੈ ਉਹਦੇ ਲਈ ਵੀ ਉਹ ਕਰੇ? ਮੈਂ ਤੁਹਾਡੇ ਤੋਂ ਪੁੱਛਾਂ, ਚਲੋ ਮੈਂ ਤਾਂ ਤੁਸੀਂ ਕਹਿੰਦੇ ਇਲੈਕਸ਼ਨ ਹੈ, ਮੈਨੂੰ ਤੁਸੀਂ ਦੱਸੋ ਕਿਹੜਾ ਟਾਈਮ ਚੰਗਾ ਹੈ ਇੱਕ ਮਾਂ ਲਈ, ਇੱਕ ਭੈਣ ਲਈ ਵੀ ਆਪਣਾ ਝੱਗਾ ਚੱਕ ਕੇ ਆਪਣਾ ਢਿੱਡ ਨੰਗਾ ਕਰੇ? ਮੈਨੂੰ ਪੁੱਛਣ ਦੇ ਬਜਾਏ ਤੁਸੀਂ ਜਵਾਬ ਦਿਓ ਮੈਨੂੰ। ਰੱਬ ਨੂੰ ਹੁਣ ਬਸ ਪਲੀਜ਼, ਨੋ ਮੋਰ ਕੁਐਸਚਨ ਜੀ।